ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਰੀਜ਼ਨਸ ਫॉर ਦਾ ਪੂਰ ਪਰਫਾਰਮੈਂਸ ਆਫ ਲੈਂਡ ਰਿਫਾਰਮਸ ਪ੍ਰੋਗਰਾਮਸ। ਆਪਾਂ ਪਹਿਲਾਂ ਐਵੈਲੂਏਸ਼ਨ ਕੀਤੀ, ਉਹਦੇ ਵਿੱਚ ਪੜ੍ਹਿਆ ਕਿ ਜਿਹੜੇ ਲੈਂਡ ਰਿਫਾਰਮਸ ਭੂਮੀ ਸੁਧਾਰ ਪ੍ਰੋਗਰਾਮ ਬਣਾਏ ਗਏ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹ ਬਹੁਤ ਹੀ ਮਾੜੀ ਰਹੀ। ਠੀਕ ਹੈ, ਉਹਨਾਂ ਦੀ ਘਟੀਆ ਕਾਰਜਕਾਰੀ ਜਿਹੜੀ ਹੋਈ ਉਹਦੇ ਕੀ ਰੀਜ਼ਨ ਸੀਗੇ, ਕੀ ਮੁੱਖ ਕਾਰਨ ਸੀ, ਉਹ ਅੱਜ ਆਪਾਂ ਪੜਾਂਗੇ। ਠੀਕ ਹੈ, ਦੇਖੋ ਇਹਦੇ ਵਿੱਚ ਕੀ ਆ, ਫਾਲਟਸ ਇਨ ਲੈਜਿਸਲੇਸ਼ਨ, ਜਿਹੜੀ ਕਾਨੂੰਨ ਦੇ ਵਿੱਚ ਕੀ ਆ ਨੁਕਸ ਪਾਇਆ ਜਾਂਦਾ। ਹੁਣ ਮਤਲਬ ਆਪਾਂ ਨੂੰ ਕਲੀਅਰ ਹੋ ਜਾਂਦਾ ਜੇ ਕਿਸੇ ਦੇਸ਼ ਦਾ, ਕਿਸੇ ਰਾਜ ਦਾ ਕਾਨੂੰਨ ਹੀ ਨਹੀਂ ਸਹੀ ਹੋਊਗਾ ਤੇ ਉਹਦੇ ਜਿਹੜੇ ਬਾਕੀ ਪ੍ਰੋਗਰਾਮਸ ਆ ਉਹ ਵੀ ਗਲਤ ਤਰ੍ਹਾਂ ਸਾਬਿਤ ਹੋ ਜਾਣਗੇ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਭੂਮੀ ਸੁਧਾਰ ਸੀ ਉਹਨਾਂ ਦੇ ਦੌਰਾਨ ਕੀ ਸੀ, ਉਹਦੇ ਵਿੱਚ ਲੈਜਿਸਲੇਸ਼ਨ ਦੇ ਵਿੱਚ ਕੀ ਆ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ। ਜਿਹੜਾ ਉਹਨਾਂ ਕਾਨੂੰਨ ਸੀਗਾ ਉਹ ਬਹੁਤ ਜ਼ਿਆਦਾ ਸਖਤ ਕਹਿ ਸਕਦੇ ਹਾਂ ਉਹ ਤਾਂ ਉਦੋਂ ਪਾਇਆ ਜਾਂਦਾ ਸੀ। ਠੀਕ ਹੈ, ਜਿਹੜੇ ਕਾਨੂੰਨ ਸੀਗਾ ਉਹ ਹਰੇਕ ਰਾਜ ਦੇ ਵਿੱਚ ਵੱਖਰਾ ਵੱਖਰਾ ਸੀਗਾ, ਹਰੇਕ ਸਟੇਟ ਦੇ ਵਿੱਚ ਵੱਖਰਾ ਵੱਖਰਾ ਸੀਗਾ। ਸੋ ਇਹਨਾਂ ਨੂੰ ਜਿਹੜੇ ਨੈਸ਼ਨਲ ਲੈਵਲ ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਰਾਸ਼ਟਰੀ ਪੱਧਰ ਤੇ ਲਾਗੂ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ, ਤਾਂ ਕਰਕੇ ਇਹ ਇੱਕ ਤਰ੍ਹਾਂ ਦੇ ਨਾਲ ਫੇਲ ਹੋ ਗਈਆਂ ਜਿਹੜੇ ਭੂਮੀ ਸੁਧਾਰ ਯੋਜਨਾਵਾਂ ਸੀਗੀਆਂ। ਇਸ ਤੋਂ ਅੱਗੇ ਹੈਗਾ ਲੈਕ ਆਫ ਪੋਲੀਟੀਕਲ ਵਿਲ। ਕਹਿੰਦੇ ਰਾਜਨੀਤਿਕ ਇੱਛਾ ਦੀ ਘਾਟ ਵੀ ਆਪਣੇ ਦੇਸ਼ ਵਿੱਚ ਪਾਈ ਜਾਂਦੀ ਆ। ਕਹਿੰਦੇ ਜਦੋਂ ਵੀ ਕੋਈ ਕਾਨੂੰਨ ਪਾਸ ਕੀਤਾ ਜਾਂਦਾ ਜਾਂ ਕਾਨੂੰਨ ਜਾਂ ਤਰੀਕਿਆਂ ਨੂੰ ਲਾਗੂ ਕੀਤਾ ਜਾਂਦਾ, ਠੀਕ ਹੈ, ਉਹਦੇ ਵਿੱਚ ਕਾਹਦੀ ਜ਼ਰੂਰਤ ਹੁੰਦੀ ਹੈ ਵੀ ਸਾਰੇ ਜਿਹੜੇ ਰਾਜਨੀਤਿਕ ਆ ਉਹਨਾਂ ਦੀ ਵਿੱਚ ਇੱਛਾ ਹੋਣੀ ਚਾਹੀਦੀ ਹੈ। ਠੀਕ ਹੈ, ਪੱਕਾ ਇਰਾਦਾ ਹੋਣਾ ਚਾਹੀਦਾ। ਠੀਕ ਹੈ, ਪੋਲੀਟੀਕਲ ਜਿਹੜੇ ਮੈਂਬਰਸ ਆ, ਠੀਕ ਹੈ, ਜਾਂ ਫਿਰ ਹੋਰ ਜਿਨ੍ਹਾਂ ਨੇ ਕਾਨੂੰਨ ਬਣਾਇਆ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਹੋਣੀ ਚਾਹੀਦੀ ਆ। ਪਰ ਕੀ ਆ, ਭਾਰਤ ਦੇ ਵਿੱਚ ਇਹਨਾਂ ਤਿੰਨਾਂ ਦੀ ਹੀ ਕਮੀ ਪਾਈ ਗਈ। ਠੀਕ ਹੈ, ਸੋ ਆਪਾਂ ਕਹਿ ਸਕਦੇ ਹਾਂ ਵੀ ਲੈਕ ਆਫ ਪੋਲੀਟੀਕਲ ਵਿਲ ਹੋਣ ਕਰਕੇ ਹੀ ਕੀ ਆ ਭੂਮੀ ਸੁਧਾਰ ਦੀ ਜਿਹੜੀ ਪਰਫਾਰਮੈਂਸ ਆ ਉਹ ਪੂਰ ਰਹੀ। ਠੀਕ ਹੈ, ਇਸ ਤੋਂ ਅੱਗੇ ਹੈਗਾ ਬਿਊਰੋਕ੍ਰੈਟਿਕ ਆਬਜੈਕਟਿਵਸ, ਮਤਲਬ ਨੌਕਰਸ਼ਾਹੀ ਰੁਕਾਵਟਾਂ ਵੀ ਪਾਈਆਂ ਗਈਆਂ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਕੀ ਆ ਰਾਜਨੀਤਿਕ ਇੱਛਾ ਦੀ ਘਾਟ ਸੀ ਕਿ ਜਿਹੜੇ ਰਾਜਨੀਤਿਕ ਲੋਕ ਸੀਗੇ, ਪੋਲੀਟੀਕਲ ਲੋਕ ਸੀਗੇ, ਉਹ ਸਰਕਾਰ ਤੇ ਦਬਾਅ ਪਾਉਂਦੇ ਰਹਿੰਦੇ ਸੀ, ਤਾਂ ਕਰਕੇ ਕੀ ਹੈ ਨੌਕਰਸ਼ਾਹੀ ਦੇ ਵਿੱਚ ਰੁਕਾਵਟਾਂ ਆਉਣ ਕਰਕੇ ਹੀ ਇਸ ਭੂਮੀ ਸੁਧਾਰ ਦੀ ਪਰਫਾਰਮੈਂਸ ਪੂਰ ਰਹੀ। ਇਸ ਤੋਂ ਅੱਗੇ ਹੈਗਾ ਇਨਫਲੂਐਂਸ ਆਫ ਬਿਗ ਲੈਂਡਲੋਰਡਸ। ਬਿਗ ਲੈਂਡਲੋਰਡਸ ਮਤਲਬ ਵੱਡੇ ਭੂਮੀ ਮਾਲਕਾਂ ਦਾ ਪ੍ਰਭਾਵ। ਹੁਣ ਦੇਖੋ ਜਿਹੜੇ ਵੱਡੇ ਲੋਕ ਹੁੰਦੇ ਆ, ਆਪਾਂ ਨੂੰ ਪਤਾ ਵੀ ਉਹ ਕੁਝ ਵੀ ਖਰੀਦ ਸਕਦੇ, ਉਹ ਸਰਕਾਰਾਂ ਨੂੰ ਵੀ ਖਰੀਦ ਲੈਂਦੇ ਸੀਗੇ। ਸੋ ਕੀ ਉਹ ਵੱਡੇ ਪੱਧਰ ਤੇ ਕੀ ਆ ਜਿਹੜੀ ਗੌਰਮੈਂਟ ਆ ਉਹਨਾਂ ਤੇ ਦਬਾਅ ਪਾਉਂਦੇ ਸੀਗੇ। ਤਾਂ ਭੂਮੀ ਸੁਧਾਰ ਦੇ ਤਰੀਕੇ ਜਿਹੜੇ ਵੀ ਲਾਗੂ ਕੀਤੇ ਜਾਂਦੇ ਸੀ ਸਰਕਾਰ ਨੂੰ ਇਸ ਤਰ੍ਹਾਂ ਕੀ ਆ ਉਹਦੇ ਤੇ ਦਬਾਅ ਪਾਉਂਦੇ ਸੀ ਕਿ ਇਸ ਤਰੀਕੇ ਨਾਲ ਉਹ ਪਲਟ ਕੇ ਰੱਖ ਦਿੰਦੇ ਸੀ ਜੋ ਵੀ ਪ੍ਰੋਗਰਾਮ ਬਣਾਏ ਜਾਂਦੇ ਸੀ। ਇਸ ਤਰ੍ਹਾਂ ਕੀ ਹੋਇਆ, ਜਿਹੜੇ ਭੂਮੀ ਸੁਧਾਰ ਤਰੀਕਿਆਂ ਨੂੰ ਲਾਗੂ ਕਰਨਾ ਕੀ ਆ ਉਹਦੀ ਇੰਪਲੀਮੈਂਟੇਸ਼ਨ ਕਰਨੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ। ਇਸ ਤੋਂ ਅੱਗੇ ਹੈਗਾ ਇਨਇਫੈਕਟਿਵ ਇੰਪਲੀਮੈਂਟੇਸ਼ਨਸ, ਲਾਗੂ ਕਰਨ ਦੇ ਵਿੱਚ ਅਕੁਸ਼ਲਤਾ। ਹੁਣ ਦੇਖੋ ਜਦੋਂ ਵੀ ਕਿਸੇ ਕਾਨੂੰਨ ਨੂੰ ਲਾਗੂ ਕਰਨਾ ਤਾਂ ਉਹ ਪੂਰਾ ਇਫੈਕਟਿਵ ਤਰੀਕੇ ਦੇ ਨਾਲ ਲਾਗੂ ਹੋਣਾ ਚਾਹੀਦਾ, ਪਰ ਇੰਡੀਆ ਦੇ ਵਿੱਚ ਕੀ ਆ ਵਿੱਚ ਅਕੁਸ਼ਲਤਾ ਪਾਈ ਜਾਂਦੀ ਸੀ, ਇਨਇਫੈਕਟਿਵਨੈਸ ਪਾਈ ਜਾਂਦੀ ਸੀ। ਕਿਉਂਕਿ ਜਿਹੜੇ ਵੱਡੇ ਸੀਗੇ, ਵੱਡੇ ਲੈਂਡਲੋਰਡ ਸੀ, ਉਹ ਸਰਕਾਰ ਤੇ ਦਬਾਅ ਪਾ ਰਹੇ ਸੀ, ਪੋਲੀਟੀਕਲ ਕੰਡੀਸ਼ਨਸ ਉਹ ਵੀ ਨਹੀਂ ਸਹੀ ਸੀਗੀਆਂ। ਠੀਕ ਹੈ, ਇਸ ਤਰ੍ਹਾਂ ਕੀ ਆ ਜਿਹੜੇ ਵੀ ਕਾਨੂੰਨ ਲਾਗੂ ਕੀਤੇ ਜਾਂਦੇ ਸੀ ਉਹਨਾਂ ਵਿੱਚ ਸਹਿਯੋਗ ਦੀ ਘਾਟ ਸੀ। ਇਸ ਕਰਕੇ ਕੀ ਆ ਜਿਹੜੀ ਉਹਨਾਂ ਦਾ ਇਫੈਕਟ ਆ ਬਹੁਤ ਘੱਟ ਪਿਆ ਤੇ ਉਹ ਉਹਨਾਂ ਦੀ ਪਰਫਾਰਮੈਂਸ ਆ ਜਿਹੜੀ ਪੂਰ ਰਹੀ। ਇਸ ਤੋਂ ਅੱਗੇ ਹੈਗਾ ਇਨਕੰਪਲੀਟ ਲੈਂਡ ਰਿਕਾਰਡਸ। ਕਹਿੰਦੇ ਜਿਹੜੇ ਰਾਜ ਸਰਕਾਰਾਂ ਲੋਕਾਂ ਦੀਆਂ ਜਿਹੜੀਆਂ ਖੇਤੀਬਾੜੀ ਕਰਦੀ ਆ, ਠੀਕ ਹੈ, ਉਹਨਾਂ ਦੇ ਖੇਤ ਹੁੰਦੇ ਆ, ਉਹਨਾਂ ਦੇ ਅਧੂਰੇ ਰਿਕਾਰਡ ਰੱਖਦੀਆਂ। ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਹ ਜ਼ਮੀਨ ਕਿਹਦੀ ਆ ਕਿਹਦੀ ਨਹੀਂ ਹੈਗੀ। ਇਸ ਤਰ੍ਹਾਂ ਕੀ ਆ ਜਿਹੜੀ ਭੂਮੀ ਦੀ ਮਲਕੀਅਤ ਆ, ਠੀਕ ਆ, ਉਹਦਾ ਨਿਰਧਾਰਨ ਕਰਨਾ, ਜਦੋਂ ਉਹਦੀ ਮਲਕੀਅਤ ਦੇਣੀ ਆ ਤਾਂ ਉਹਦੇ ਵਿੱਚ ਵੀ ਕੀ ਆ ਬਹੁਤ ਸਾਰੀਆਂ ਰੁਕਾਵਟਾਂ ਆ ਗਈਆਂ, ਜਿਸ ਕਰਕੇ ਕੀ ਆ ਭੂਮੀ ਸੁਧਾਰ ਸਹੀ ਤਰ੍ਹਾਂ ਲਾਗੂ ਨਹੀਂ ਹੋ ਸਕੇ। ਇਸ ਤੋਂ ਅੱਗੇ ਹੈਗਾ ਲਾਸਟ ਵਨ ਇਜ਼ ਲੈਟੀਜੇਸ਼ਨ, ਜਿਹਨੂੰ ਮੁਕੱਦਮੇ ਕਹਿੰਦੇ। ਗਲਤ ਮੁਕੱਦਮੇ ਚੱਲਣ ਲੱਗ ਗਏ। ਠੀਕ ਹੈ, ਜਿਹੜੇ ਵੱਡੇ ਕਿਸਾਨ ਸੀ ਉਹ ਛੋਟਿਆਂ ਨੂੰ ਦਬਾਉਣ ਲੱਗ ਗਏ। ਠੀਕ ਹੈ, ਉਹਨਾਂ ਤੇ ਮੁਕੱਦਮੇ ਚਲਾਉਣ ਲੱਗ ਗਏ। ਇਸ ਤਰ੍ਹਾਂ ਕੀ ਆ ਜਿਸ ਨੇ ਕੀ ਆ ਕਿ ਭੂਮੀ ਜਿਹੜੀ ਸੁਧਾਰ ਕਰਨਾ ਉਹਨਾਂ ਦੇ ਤਰੀਕਿਆਂ ਦੀ ਭਾਵਨਾ, ਉਹਨਾਂ ਦੀਆਂ ਪਾਲਿਸੀਆਂ ਨੂੰ ਲਾਗੂ ਕਰਨ ਦੀ ਭਾਵਨਾ ਉਹਦੇ ਨਾਲ ਕੀ ਆ ਬਿਲਕੁਲ ਹੀ ਖਤਮ ਹੋ ਗਈ। ਲੋਕਾਂ ਨੇ ਕੀ ਕੀਤਾ, ਉਹਨਾਂ ਦਾ ਵਿਸ਼ਵਾਸ ਹੀ ਉੱਠ ਗਿਆ। ਠੀਕ ਹੈ, ਜੋ ਵੀ ਸਰਕਾਰ ਕੀ ਆ ਪ੍ਰੋਗਰਾਮਸ ਬਣਾਉਂਦੀ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਕਹਿੰਦੇ ਤਰੀਕੇ ਜਿਹੜੇ ਆ ਜਾਂ ਪ੍ਰੋਗਰਾਮਸ ਆ, ਠੀਕ ਹੈ, ਜਾਂ ਪਾਲਿਸੀਜ਼ ਅਪਣਾਈਆਂ ਗਈਆਂ ਸਰਕਾਰ ਦੁਆਰਾ, ਪਰ ਇਸ ਦੇ ਬਾਵਜੂਦ ਵੀ ਕੀ ਹੋਇਆ, ਜਿਹੜੇ ਭੂਮੀ ਸੁਧਾਰ ਆ ਉਹਦੇ ਵਿੱਚ ਕੀ ਆ ਗਰੀਬਾਂ ਨੂੰ ਨਿਆਂ ਦੇਣ ਦੇ ਵਿੱਚ ਸਰਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੀ।
ਠੀਕ ਹੈ। ਇਸ ਤੋਂ ਅੱਗੇ ਆਪਾਂ ਕਰਦੇ ਹਾਂ ਡਿਸਕਸ ਕਿ ਸੁਜੈਸ਼ਨਸ ਫॉर ਮੇਕਿੰਗ ਲੈਂਡ ਰਿਫਾਰਮਸ ਮੈਜ਼ਰਸ ਸਕਸੈਸਫੁਲ। ਭੂਮੀ ਸੁਧਾਰ ਤਰੀਕਿਆਂ ਦੀ ਸਫਲਤਾ ਲਈ ਸੁਝਾਅ ਕਿਹੜੇ ਦਿੱਤੇ ਗਏ ਵੀ ਕਿਹੜੇ ਤਰੀਕਿਆਂ ਦੇ ਨਾਲ ਆਪਾਂ ਭੂਮੀ ਸੁਧਾਰ ਜਿਹੜੇ ਲੈਂਡ ਰਿਫਾਰਮਸ ਆ ਉਹਨਾਂ ਨੂੰ ਲਾਗੂ ਕਰਕੇ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਦੇਖੋ ਫਸਟ ਹੈਗਾ ਇਫੈਕਟਿਵ ਇੰਪਲੀਮੈਂਟੇਸ਼ਨ, ਕੁਸ਼ਲਤਾ ਦੇ ਨਾਲ ਲਾਗੂ ਕਰਨਾ। ਕਹਿੰਦੇ ਜਿਹੜੀਆਂ ਪਾਲਿਸੀਜ਼ ਅਪਣਾਈਆਂ ਜਾਂਦੀਆਂ ਲੈਂਡ ਰਿਫਾਰਮਸ ਲਈ ਪ੍ਰੋਗਰਾਮ ਬਣਾਏ ਜਾਂਦੇ ਆ ਉਹਨਾਂ ਦੀ ਇਫੈਕਟਿਵ ਤਰੀਕੇ ਦੇ ਨਾਲ ਕੀ ਆ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਆ, ਉਹਨੂੰ ਲਾਗੂ ਸਹੀ ਢੰਗ ਦੇ ਨਾਲ ਕਰਨਾ ਚਾਹੀਦਾ ਤਾਂ ਕਿ ਜਿਹੜਾ ਉਹ ਲਾਗੂ ਹੋ ਸਕਣ ਉਸ ਤਰੀਕੇ ਦੇ ਨਾਲ ਕੀ ਆ ਸਹੀ ਤਰ੍ਹਾਂ ਕੀ ਆ ਜਿਹੜੇ ਪ੍ਰੋਗਰਾਮਸ ਆ ਉਹ ਆਪਣਾ ਕੰਮ ਕਰ ਸਕਦੇ ਆ। ਠੀਕ ਹੈ, ਹੁਣ ਇੱਕ ਸੀਮਤ ਸਮੇਂ ਦੇ ਅੰਦਰ ਮਤਲਬ ਇੱਕ ਸਮਾਂ ਰੱਖਣਾ ਚਾਹੀਦਾ ਵੀ ਇੰਨੇ ਸਮੇਂ ਦੇ ਵਿੱਚ ਅਸੀਂ ਆਹ ਵਾਲੀ ਪਾਲਿਸੀ ਕੀ ਆ ਲਾਗੂ ਕਰਨੀ ਹੀ ਕਰਨੀ ਹੈ ਤੇ ਸਹੀ ਢੰਗ ਦੇ ਨਾਲ ਕਰਨੀ ਹੈ, ਤਾਂ ਹੀ ਕੀ ਆ ਆਪਣੀ ਜਿਹੜੀ ਸਕਸੈਸਫੁਲ ਹੋ ਸਕਦੀ ਹੈ ਲੈਂਡ ਰਿਫਾਰਮਸ। ਇਸ ਤੋਂ ਬਿਨਾਂ ਹੈਗਾ ਇਫੈਕਟਿਵ ਐਡਮਿਨਿਸਟ੍ਰੇਟਿਵ ਪਾਲਿਸੀ ਮਸ਼ੀਨਰੀ, ਕੁਸ਼ਲ ਪ੍ਰਸ਼ਾਸਨਕ ਮਸ਼ੀਨਰੀ। ਪ੍ਰਸ਼ਾਸਨਿਕ ਮਸ਼ੀਨਰੀ ਮਤਲਬ ਜਿਹੜੇ ਆਪਣੀ ਸਟੇਟ ਦੇ ਵਿੱਚ ਡਿਸਟ੍ਰਿਕਟ ਹੁੰਦੇ ਆ, ਠੀਕ ਹੈ, ਜ਼ਿਲ੍ਹੇ ਹੁੰਦੇ ਆ, ਤਹਿਸੀਲ ਵਗੈਰਾ ਹੁੰਦੀ ਆ, ਉਹਨਾਂ ਦੇ ਉੱਪਰ ਹੀ ਸਰਕਾਰ ਨੂੰ ਕੀ ਆ ਆਪਣੀ ਮਸ਼ੀਨਰੀ ਨੂੰ ਕੀ ਆ ਕੁਸ਼ਲ ਬਣਾਉਣਾ ਚਾਹੀਦਾ ਤਾਂ ਕਿ ਉਹ ਕੁਸ਼ਲਤਾ ਪੂਰਵਕ ਆਪਣੇ ਜਿਹੜੇ ਨਿਯਮ ਆ ਪਾਲਿਸੀਜ਼ ਆ ਉਹਨਾਂ ਨੂੰ ਜਲਦੀ ਹੀ ਲਾਗੂ ਕਰ ਸਕਣ। ਠੀਕ ਹੈ, ਤਾਂ ਹੀ ਇਹ ਸਫਲ ਹੋ ਸਕਦੀਆਂ। ਇਸ ਤੋਂ ਅੱਗੇ ਹੈਗਾ ਅਪ ਟੂ ਡੇਟ ਰਿਕਾਰਡਸ, ਪੂਰੇ ਸਮੇਂ ਦਾ ਰਿਕਾਰਡ। ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ ਵੀ ਸਰਕਾਰ ਰਿਕਾਰਡ ਠੀਕ ਢੰਗ ਦੇ ਨਾਲ ਨਹੀਂ ਰੱਖਦੀ। ਸੋ ਜਿਹੜੇ ਰਿਕਾਰਡ ਜੇਕਰ ਸਰਕਾਰ ਕੀ ਆ ਪੂਰੇ ਸਮੇਂ ਦਾ ਰਿਕਾਰਡ ਰੱਖਣਗੀਆਂ, ਅਪ ਟੂ ਡੇਟ ਰਿਕਾਰਡਸ ਹੋਣਗੇ ਤਾਂ ਹੀ ਕੀ ਆ ਲੋਕਾਂ ਨੂੰ ਨਿਆਂ ਮਿਲ ਸਕੇਗਾ। ਠੀਕ ਹੈ, ਤਾਂ ਹੀ ਜਿਹੜੀਆਂ ਪਾਲਿਸੀਜ਼ ਸਕਸੈਸਫੁਲ ਹੋਣਗੀਆਂ। ਇਸ ਤੋਂ ਅੱਗੇ ਹੈਗਾ ਸਿੰਪਲੀਫਿਕੇਸ਼ਨ ਆਫ ਲੀਗਲ ਮੈਥਡਸ, ਕਹਿੰਦੇ ਕਾਨੂੰਨੀ ਢੰਗਾਂ ਦੀ ਸਰਲਤਾ। ਮਤਲਬ ਜਿਹੜੇ ਵੀ ਕਾਨੂੰਨ ਬਣਾਏ ਜਾਂਦੇ ਆ, ਹੁਣ ਆਪਾਂ ਨੂੰ ਪਤਾ ਵੀ ਭਾਰਤੀ ਜਨਤਾ ਅਨਪੜ੍ਹ ਆ, ਠੀਕ ਹੈ, ਗਰੀਬ ਆ, ਤੇ ਉਹਨਾਂ ਨੂੰ ਕਾਨੂੰਨ ਦੇ ਬਾਰੇ ਘੱਟ ਆ, ਲੀਗਲ ਮੈਥਡਸ ਦੇ ਬਾਰੇ ਘੱਟ ਜਾਣਕਾਰੀ ਆ। ਸੋ ਇਸ ਤਰ੍ਹਾਂ ਦੇ ਕਹਿੰਦੇ ਕਾਨੂੰਨੀ ਢੰਗਾਂ ਦੇ ਨਾਲ ਉਹਨਾਂ ਦੇ ਵਿੱਚ ਸਰਲਤਾ ਹੋਣੀ ਚਾਹੀਦੀ ਹੈ, ਸਿੰਪਲੀਫਿਕੇਸ਼ਨ ਆਉਣੀ ਚਾਹੀਦੀ ਹੈ ਤਾਂ ਕਿ ਸਾਰੇ ਲੋਕ ਹੀ ਇਹਨਾਂ ਨੂੰ ਕੀ ਆ ਸਮਝ ਸਕਣ ਤੇ ਇਸ ਸੰਬੰਧੀ ਕਾਨੂੰਨ ਪ੍ਰਵਿਰਤੀਆਂ ਜਿਹੜੀਆਂ ਹੁੰਦੀਆਂ ਸਰਲ ਹੋ ਜਾਣਗੀਆਂ ਸਾਰੀਆਂ। ਠੀਕ ਹੈ, ਇਸ ਤੋਂ ਅੱਗੇ ਹੈਗਾ ਜਨਰੇਸ਼ਨ ਆਫ ਅਵੇਅਰਨੈਸ ਅਮੰਗ ਪੀਪਲ, ਲੋਕਾਂ ਦੇ ਵਿੱਚ ਪੀੜ੍ਹੀ ਦੀ ਜਾਗਰੂਕਤਾ। ਕਹਿੰਦੇ ਲੋਕਾਂ ਨੂੰ ਕੀ ਆ ਜਾਗਰੂਕ ਕਰਨਾ ਚਾਹੀਦਾ ਆਪਣੇ ਰਾਈਟਸ ਦੇ ਪ੍ਰਤੀ, ਮਤਲਬ ਉਹਨਾਂ ਦੇ ਕੀ ਅਧਿਕਾਰ ਬਣਦੇ ਆ। ਠੀਕ ਹੈ, ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਆਪਣੇ ਅਧਿਕਾਰਾਂ ਤੇ ਭੂਮੀ ਸੁਧਾਰ ਦੇ ਤਰੀਕਿਆਂ ਨੂੰ ਲਾਗੂ ਕਰਨ ਦੇ ਲਈ ਕੀ ਆ ਕਰਨਾ ਚਾਹੀਦਾ ਵੀ ਸਹੀ ਤਰ੍ਹਾਂ ਦੇ ਨਾਲ ਜਾਗਰੂਕ ਹੋਣਾ ਪਵੇਗਾ। ਜੇ ਉਹਨਾਂ ਕੋਲ ਜਾਗਰੂਕਤਾ ਹੋਏਗੀ ਵੀ ਆਹ ਨਿਯਮ ਸਾਡੇ ਲਈ ਬਣਿਆ ਤਾਂ ਹੀ ਉਹ ਉਸ ਕਾਨੂੰਨ ਦੇ ਤਹਿਤ ਉਹ ਕੀ ਆ ਆਪਣੀ ਕਾਰਵਾਈ ਕਰ ਸਕਦਾ। ਅੱਗੇ ਹੈਗਾ ਕੁਇਕ ਡਿਸਟ੍ਰੀਬਿਊਸ਼ਨ ਆਫ ਰਿਕਵਾਇਰਡ ਲੈਂਡ, ਪ੍ਰਾਪਤ ਭੂਮੀ ਦਾ ਜਲਦੀ ਵਟਾਂਦਰਾ। ਕਹਿੰਦੇ ਜਿਹੜੀ ਵੀ ਭੂਮੀ ਆ ਜਿਹੜੇ ਆਕਾਸ਼ਿਤਕਾਰ ਆ, ਠੀਕ ਹੈ, ਭੂਮੀਹੀਨ ਆ ਜਾਂ ਫਿਰ ਗਰੀਬ ਆ, ਉਹਨਾਂ ਕੋਲ ਜ਼ਮੀਨ ਹੈ ਨਹੀਂ ਗੀ, ਠੀਕ ਹੈ, ਉਹਨਾਂ ਦੇ ਵਿੱਚ ਕਹਿੰਦੇ ਜਲਦੀ ਤੋਂ ਜਲਦੀ ਕੀ ਆ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਆ, ਜਿਹੜੀ ਭੂਮੀ ਆ ਉਹਦੀ ਵੰਡ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਕਿ ਉਹਨਾਂ ਨੂੰ ਇਹ ਜਿਹੜੇ ਆਪਣੇ ਰਾਈਟਸ ਆ ਉਹਨਾਂ ਦਾ ਪਤਾ ਲੱਗ ਸਕੇ ਤੇ ਉਹਨਾਂ ਨੂੰ ਭੂਮੀ ਆ ਜਿਹੜਾ ਖੇਤੀ ਕਰਨ ਲਈ ਜਿਹੜੇ ਖੇਤ ਆ ਉਹ ਪ੍ਰਾਪਤ ਹੋ ਸਕਣ। ਇਸ ਤੋਂ ਅੱਗੇ ਹੈਗਾ ਰਿਡਕਸ਼ਨ ਇਨ ਪੋਲੀਟੀਕਲ ਇੰਟਰਫੇਰੈਂਸ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਸਰਕਾਰ ਉੱਤੇ ਪੋਲੀਟੀਕਲ ਲੋਕਾਂ ਦਾ ਬਹੁਤ ਜ਼ਿਆਦਾ ਦਬਾਅ। ਠੀਕ ਹੈ, ਜਿਹੜੇ ਵੱਡੇ ਕਿਸਾਨ ਆ, ਠੀਕ ਹੈ, ਉਹ ਕਿਤੇ ਨਾ ਕਿਤੇ ਪੋਲੀਟੀਕਲ ਦੇ ਨਾਲ ਜੁੜੇ ਹੋਏ ਹੁੰਦੇ ਆ, ਉਹ ਸਰਕਾਰ ਤੇ ਦਬਾਅ ਪਾ ਲੈਂਦੇ ਆ ਤੇ ਉਹ ਸਹੀ ਤਰ੍ਹਾਂ ਦੇ ਨਾਲ ਜਿਹੜੇ ਕਾਨੂੰਨ ਆ ਜਾਂ ਪਾਲਿਸੀਜ਼ ਆ ਉਹਨਾਂ ਨੂੰ ਲਾਗੂ ਨਹੀਂ ਹੋਣ ਦਿੰਦੇ। ਇਸ ਕਰਕੇ ਕੀ ਆ ਰਾਜਨੀਤਿਕ ਦਖਲ ਅੰਦਾਜ਼ੀ ਨੂੰ ਘੱਟ ਤੋਂ ਘੱਟ ਹੋਣੀ ਚਾਹੀਦੀ, ਇਹਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ। ਇਸ ਤੋਂ ਅੱਗੇ ਹੈਗਾ ਫਾਈਨੈਂਸ਼ੀਅਲ ਹੈਲਪ, ਵਿੱਤੀ ਸਹਾਇਤਾ। ਕਹਿੰਦੇ ਜਿਹੜੇ ਕਿਸਾਨ ਆ, ਠੀਕ ਹੈ, ਕਿਸਾਨਾਂ ਨੂੰ ਪ੍ਰਾਪਤ ਭੂਮੀ ਦੇ ਉਪਯੋਗ ਦੇ ਲਈ ਕੀ ਕਰਨਾ ਚਾਹੀਦਾ, ਸਹੀ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ। ਜੇ ਕਿਸੇ ਕੋਲ ਜ਼ਿਆਦਾ ਖੇਤ ਆ ਤਾਂ ਉਹਨਾਂ ਨੂੰ ਜ਼ਿਆਦਾ ਵਿੱਤੀ ਸਹਾਇਤਾ, ਜੇ ਘੱਟ ਆ ਤੇ ਘੱਟ ਵਿੱਤੀ ਸਹਾਇਤਾ ਕੀ ਹੈ ਸਰਕਾਰ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਤਾਂ ਹੀ ਜਿਹੜੇ ਇਹ ਲੈਂਡ ਰਿਫਾਰਮਸ ਆਪਣੇ ਸਕਸੈਸਫੁਲ ਤਰੀਕੇ ਦੇ ਨਾਲ ਕੀ ਹੈ ਲਾਗੂ ਹੋ ਸਕਣਗੇ। ਠੀਕ ਹੈ, ਇਸ ਤਰ੍ਹਾਂ ਆਪਾਂ ਲਾਸਟ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੇ ਪੋਲੀਟੀਕਲ ਵਿਲ, ਅੱਛੀ ਪੋਲੀਟੀਕਲ ਇੱਛਾ ਹੋਵੇ, ਠੀਕ ਹੈ, ਰਾਜਨੀਤਿਕ ਇੱਛਾ ਹੋਵੇ, ਇਸ ਤੋਂ ਬਿਨਾਂ ਇਫੈਕਟਿਵ ਐਡਮਿਨਿਸਟ੍ਰੇਸ਼ਨ ਹੋਵੇ, ਵਧੀਆ ਪ੍ਰਸ਼ਾਸਨ ਹੋਵੇ, ਪ੍ਰਭਾਵਸ਼ਾਲੀ ਹੋਵੇ। ਇਸ ਤਰ੍ਹਾਂ ਕੀ ਆ ਜਿਹੜੀ ਐਨ ਆਰਗੇਨਾਈਜ਼ਡ ਪ੍ਰੈਸ਼ਰ
ਫਰੋਮ ਦਾ ਪੀਪਲ। ਕਹਿੰਦੇ ਜਿਹੜੇ ਲੋਕਾਂ ਦਾ ਇਕੱਠੇ ਤੌਰ 'ਤੇ ਦਬਾਅ ਕੀ ਆ ਜਿਹੜਾ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਪੋਲਿਸੀਜ਼ ਆ ਠੀਕ ਹੈ ਉਹ ਸਮੂਥ ਤਰੀਕੇ ਨਾਲ ਅਤੇ ਇਫੈਕਟਿਵ ਤਰੀਕੇ ਦੇ ਨਾਲ ਲਾਗੂ ਹੋ ਸਕਣ ਭਾਰਤ ਦੇ ਵਿੱਚ। ਇਸੇ ਤਰ੍ਹਾਂ ਜੇਕਰ ਕੀ ਆ ਪੋਲੀਟੀਕਲ ਵਿਲ ਹੋਊਗੀ ਠੀਕ ਹੈ, ਅੱਛਾ ਪ੍ਰਸ਼ਾਸਨ ਹੋਊਗਾ, ਲੋਕ ਵੀ ਆਪਣੇ ਜਿਹੜੇ ਰਾਈਟਸ ਆ ਉਹਦੇ ਪ੍ਰਤੀ ਅਵੇਅਰ ਹੋਣਗੇ ਤਾਂ ਹੀ ਕੀ ਆ ਜਿਹੜੇ ਇਹਨਾਂ ਕਾਨੂੰਨਾਂ ਦੀ ਭਾਰਤ ਦੇ ਵਿੱਚ ਕੀ ਹੈ ਲੈਂਡ ਭੂਮੀ ਸੁਧਾਰਾਂ ਦੀ ਸਹੀ ਤਰ੍ਹਾਂ ਦੇ ਨਾਲ ਇੰਪਲੀਮੈਂਟੇਸ਼ਨ ਜਿਹੜੀ ਹੋ ਸਕਦੀ ਹੈ। ਠੀਕ ਹੈ, ਇਸ ਤਰ੍ਹਾਂ ਆਪਣਾ ਇਹ ਟੌਪਿਕ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।